ਦੋਸਤੋ ਕਦੀ ਤੁਸੀਂ ਸੋਚਿਆ ਵਾ ਕਿ ਇੰਡੀਆ ਤੇ ਪਾਕਿਸਤਾਨ ਅਗਰ ਅਲੱਗਾ ਨਾ ਹੁੰਦੇ, ਦੋਵੇਂ ਇੱਕ ਮੁਲਕ ਬਣ ਕੇ ਰਹਿੰਦੇ ਤੇ ਫਿਰ ਕੀ ਹੋਣਾ ਸੀ? ਕਿੱਦਾਂ ਦਾ ਲੱਗਣਾ ਸੀ? ਇਹ ਕਿਹੜੀਆਂ-ਕਿਹੜੀਆਂ ਤਬਦੀਲੀਆਂ ਦੁਨੀਆ ਦੇ ਵਿੱਚ ਨਹੀਂ ਹੋਣੀਆਂ ਸੀ। ਦੋਸਤੋ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਆ ਕਿ ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ 1965 ਦੀ ਜੰਗ, 1971 ਦੀ ਜੰਗ ਤੇ 1999 ਦੀ ਜੰਗ ਨਹੀਂ ਹੋਣੀ ਸੀ। ਇਹ ਦੋਵੇਂ ਮੁਲਕ ਜਿਹੜੇ ਆ ਅਗਰ ਇਕੱਠੇ ਹੁੰਦੇ ਤੇ ਕਦੀ ਬੰਗਲਾਦੇਸ਼ ਵੀ ਨਹੀਂ ਬਣਨਾ ਸੀ। ਇਸ ਦੋਵੇਂ ਮੁਲਕਾਂ ਦੀਆਂ ਜਿਹੜੀ ਫੌਜ ਸੀ ਉਹ ਸਭ ਤੋਂ ਮਜ਼ਬੂਤ ਫੌਜ ਹੋਣੀ ਸੀ। ਪਾਕਿਸਤਾਨ ਤੇ ਇੰਡੀਆ ਜਿਹੜੀ ਆਪਣੀ ਫੌਜਾਂ ਦੇ ਉੱਤੇ ਇੰਨਾ ਜ਼ਿਆਦਾ ਪੈਸਾ ਜ਼ਾਇਆ ਕਰਦੇ ਪਏ ਆ, ਉਹਨਾਂ ਨੂੰ ਇੰਨਾ ਜ਼ਿਆਦਾ ਪੈਸਾ ਜ਼ਾਇਆ ਕਰਨਾ ਨਹੀਂ ਪੈਣਾ ਸੀ, ਕਿਉਂਕਿ ਦੋਵੇਂ ਮੁਲਕ ਅਗਰ ਇਕੱਠੇ ਹੁੰਦੇ ਤੇ ਉਹ ਇਹ ਸਾਰਾ ਪੈਸਾ ਜਿਹੜਾ ਤਲੀਮ ਤੇ ਲਾਉਣਾ ਸੀ, ਉਹਨਾਂ ਨੇ ਹੈਲਥ ਤੇ ਲਾਉਣਾ ਸੀ। ਲੇਕਿਨ ਹੁਣ ਇਹ ਸਾਰਾ ਪੈਸਾ ਆਪਣੀ ਫੌਜਾਂ ਤੇ ਲੱਗ ਰਿਹਾ ਵਾ, ਆਪਣੇ ਬਾਰਡਰ ਮਹਿਫੂਜ਼ ਕਰਨ ਵਾਸਤੇ ਲੱਗ ਰਿਹਾ ਵਾ। ਲੇਕਿਨ ਅਗਰ ਇਹ ਅਲੱਗਾ ਨਾ ਹੁੰਦੇ ਤੇ ਇਹੀ ਪੈਸਾ ਕਿਸੇ ਚੰਗੇ ਕੰਮ ਆਉਣਾ ਸੀ। ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਦੂਸਰਾ ਸਭ ਤੋਂ ਵੱਡਾ ਫਾਇਦਾ ਇਹ ਹੋਣਾ ਸੀ ਕਿ ਦਰਿਆਵਾਂ ਦੇ ਪਾਣੀ ਦਾ ਮਸਲਾ ਵੀ ਨਹੀਂ ਬਣਨਾ ਸੀ। ਤੁਹਾਨੂੰ ਯਾਦ ਆ ਨਾ ਕਿ 1960 ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਸੀ ਉਹ ਸਰਬਰਾਹ ਬੈਠੇ ਸੀ, ਉਹਨਾਂ ਨੇ ਮਿਲ ਜੋੜ ਕੇ ਸਿੰਧ ਤਾਸ ਮਾਝਾ ਜਿਹੜਾ ਕੀਤਾ ਸੀ। ਪਾਕਿਸਤਾਨ ਨੂੰ 3 ਦਰਿਆ ਦੇ ਦਿੱਤੇ ਸੀ, ਇੰਡੀਆ ਨੂੰ ਵੀ 3 ਦਰਿਆ ਦੇ ਦਿੱਤੇ ਸੀ। ਦੋਸਤੋ ਇਹ ਮਾਝਾ ਵੀ ਨਹੀਂ ਹੋਣਾ ਸੀ ਅਗਰ ਪਾਕਿਸਤਾਨ ਤੇ ਇੰਡੀਆ ਇਕੱਠੇ ਰਹਿੰਦੇ। ਦਰਿਆਵਾਂ ਦੇ ਪਾਣੀਆਂ ਦਾ ਵੀ ਮਸਲਾ ਨਹੀਂ ਬਣਨਾ ਸੀ। ਪਾਕਿਸਤਾਨ ਦੀ ਜਿਹੜੀ ਇਹ ਜ਼ਮੀਨ ਆ, ਜਿਹੜੀ ਜਿੱਥੇ ਪਾਣੀ ਨਹੀਂ ਇਸ ਟਾਈਮ ਜਾ ਰਿਹਾ, ਉਹ ਵੀ ਜ਼ਰਖੇਜ਼ ਹੋਣੀ ਸੀ, ਉੱਥੇ ਵੀ ਪਾਣੀ ਜਾਣਾ ਸੀ। ਅਗਰ ਦੋਸਤੋ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਪੂਰੀ ਦੁਨੀਆ ਦੇ ਵਿੱਚ ਇਹ ਮੁਲਕ ਇੱਦਾਂ ਦਾ ਹੋਣਾ ਸੀ ਜਿਹਦੇ ਵਿੱਚ ਮੁਸਲਮਾਨਾਂ ਦੀ ਤਾਦਾਦ ਸਭ ਤੋਂ ਜ਼ਿਆਦਾ ਹੋਣੀ ਸੀ, ਕਿਉਂਕਿ ਇਸ ਟਾਈਮ ਪਾਕਿਸਤਾਨ ਦੀ ਆਬਾਦੀ 24 ਕਰੋੜ ਵਾ। ਇੰਡੀਆ ਦੇ ਵਿੱਚ ਇਸ ਟਾਈਮ 30 ਕਰੋੜ ਮੁਸਲਮਾਨ ਆਬਾਦ ਵਾ ਤੇ ਦੁਨੀਆ ਦਾ ਵਾਹਿਦ ਮੁਲਕ ਹੋਣਾ ਸੀ ਜਿਹਦੇ ਵਿੱਚ ਇੰਨੀ ਵੱਡੀ ਤਾਦਾਦ ਦੇ ਵਿੱਚ ਮੁਸਲਮਾਨ ਹੋਣੇ ਸੀ। ਅਗਰ ਦੋਸਤੋ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਇਹਨਾਂ ਨੂੰ ਆਪਣੀਆਂ ਖੁਫੀਆ ਏਜੰਸੀਆਂ ਜਿਹੜੀਆਂ ਵਾ, ਇਹਨਾਂ ਦੇ ਉੱਤੇ ਇੰਨਾ ਪੈਸਾ ਨਹੀਂ ਲਾਉਣਾ ਪੈਣਾ ਸੀ। ਸਿਰਫ ਇੱਕ ਏਜੰਸੀ ਹੋਣੀ ਸੀ, ISI। ਇੰਡੀਆ ਨੂੰ ਜਿਹੜੀ ਰਾਹ ਏਜੰਸੀ ਆ ਇਹ ਵੀ ਨਹੀਂ ਬਣਾਉਣੀ ਪੈਣੀ ਸੀ। ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਇਹ ਇੰਨੀ ਕਤਲੋ ਗਾਰਤ ਵੀ ਨਹੀਂ ਹੋਣੀ ਸੀ। 1947 ਦੇ ਵਿੱਚ ਜਿਹੜੇ ਮਹਾਜਰੀਨ ਜਿਹੜੇ ਆਪਣੇ ਸਾਰੇ ਘਰ-ਬਾਰ ਛੱਡ ਕੇ ਇੱਧਰੋਂ ਇੱਧਰ ਗਏ, ਉਹ ਵੀ ਕੁਛ ਨਹੀਂ ਹੋਣਾ ਸੀ। ਲੱਖਾਂ ਮੁਸਲਮਾਨਾਂ ਦੀ ਜਾਨਾਂ ਬਚ ਜਾਣੀਆਂ ਸੀ। ਸਭ ਤੋਂ ਵੱਡਾ ਫਾਇਦਾ ਤਾਂ ਇਹੀ ਹੋਣਾ ਸੀ। ਸਭ ਤੋਂ ਵੱਡਾ ਫਾਇਦਾ ਕਿਸੇ ਦੀ ਜਾਨ ਬਚ ਜਾਣਾ ਇਹੀ ਸੀ। ਕਿਤਨੀ ਕਤਲੋ ਗਾਰਤ ਹੋਈ, ਕਿੰਨੇ ਲੋਕ ਇੱਧਰੋਂ ਇੱਧਰ ਜਾਣ ਵਾਸਤੇ ਮਰ ਗਏ, ਕੀ ਕੁਛ ਹੋਇਆ, ਇਹ ਵੀ ਨਹੀਂ ਹੋਣਾ ਸੀ। 1947 ਦੇ ਵਿੱਚ ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਵਿੱਚ ਸਚਿਨ ਤੰਦੂਲਕਰ ਨੇ ਵੀ ਖੇਡਣਾ ਸੀ, ਵਿਰਾਟ ਕੋਹਲੀ ਨੇ ਵੀ ਖੇਡਣਾ ਸੀ। ਤੁਸੀਂ ਉਹ ਯਾਦ ਕਰੋ ਕਿ ਅਗਰ ਇਸ ਟੀਮ ਦੇ ਵਿੱਚ ਬਾਬਰ ਆਜ਼ਮ ਵੀ ਹੁੰਦੇ ਤੇ ਵਿਰਾਟ ਕੋਹਲੀ ਵੀ ਇਕੱਠੇ ਖੇਡਦੇ ਤੇ ਕਿੱਦਾਂ ਦਾ ਲੱਗਣਾ ਸੀ? ਸਭ ਤੋਂ ਮਜ਼ਬੂਤ ਟੀਮ ਹੋਣੀ ਸੀ ਇਹ। ਦੋਸਤੋ ਅਗਰ ਪਾਕਿਸਤਾਨ ਤੇ ਇੰਡੀਆ ਅਗਰ ਅਲੱਗਾ ਨਾ ਹੁੰਦੇ ਤੇ ਪਾਕਿਸਤਾਨ ਦੇ ਫਿਲਮ ਸਟਾਰ ਜਿਹੜੇ ਆ, ਸ਼ਾਨ ਆ, ਆਤਫ ਅਸਲਮ, ਮੁਹੰਮਦ ਰਾਣਾ ਵਾ, ਜਿਹੜੇ ਰਾਹਤ ਫਤਿਹ ਅਲੀ ਖਾਨ ਆ, ਜਿਹੜੇ ਉਹਨਾਂ ਨੂੰ ਵੀ ਕੋਈ ਵੀਜ਼ਾ ਨਾ ਲੈਣਾ ਪੈਂਦਾ ਇੰਡੀਆ ਦੇ ਵਿੱਚ ਜਾਣ ਵਾਸਤੇ। ਉਹਨਾਂ ਦੇ ਉੱਤੇ ਵੀ ਕੋਈ ਪਾਬੰਦੀ ਨਾ ਹੁੰਦੀ। ਸ਼ਾਹਰੁਖ ਖਾਨ ਵੀ ਇੱਧਰ ਲਾਹੌਰ ਆ ਜਾਂਦਾ, ਸਲਮਾਨ ਖਾਨ ਵੀ ਇੱਧਰ ਲਾਹੌਰ ਆ ਜਾਂਦਾ, ਕੋਈ ਮਸਲੇ ਮਸਾਇਲ ਨਾ ਹੁੰਦੇ, ਇਕੱਠੇ ਕੰਮ ਕਰਦੇ। ਲੇਕਿਨ ਨਹੀਂ, ਇਸ ਵੰਡ ਦੀ ਵਜ੍ਹਾ ਤੋਂ ਬਹੁਤ ਕੁਝ ਬਦਲ ਗਿਆ ਵਾ। ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਇਹ ਦੋਵੇਂ ਮੁਲਕਾਂ ਨੇ ਇੱਕ ਦੂਸਰੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਣਾ ਸੀ। ਇਹ ਦੋਵੇਂ ਮੁਲਕਾਂ ਦਾ ਇੱਕ ਹੀ ਦੁਸ਼ਮਣ ਹੋਣਾ ਸੀ, ਉਹ ਅਮਰੀਕਾ। ਸ਼ਾਇਦ ਕੋਈ ਹੋਰ ਹੁੰਦਾ, ਲੇਕਿਨ ਇਸ ਟਾਈਮ ਇੰਡੀਆ ਪਾਕਿਸਤਾਨ ਨੂੰ ਆਪਣਾ ਦੁਸ਼ਮਣ ਸਮਝਦਾ ਵਾ, ਪਾਕਿਸਤਾਨ ਇੰਡੀਆ ਨੂੰ ਆਪਣਾ ਦੁਸ਼ਮਣ ਸਮਝਦਾ ਵਾ। ਲੇਕਿਨ ਅਗਰ ਇਹ ਦੋਵੇਂ ਅਲੱਗਾ ਨਾ ਹੁੰਦੇ ਤੇ ਇਹਨਾਂ ਦਾ ਦੁਸ਼ਮਣ ਕੋਈ ਹੋਰ ਹੋਣਾ ਸੀ। ਦੋਸਤੋ ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਜਿਹੜੀ ਇੰਡਸਟਰੀਆਂ ਇੰਡੀਆ ਦੇ ਵਿੱਚ ਲੱਗੀਆਂ ਸੀ, ਜਿਹੜੀ ਇੰਡਸਟਰੀਆਂ ਪਾਕਿਸਤਾਨ ਦੇ ਵਿੱਚ ਲੱਗੀਆਂ ਸੀ, ਇਹ ਇੱਕੋ ਮੁਲਕ ਦੇ ਵਿੱਚ ਰਹਿੰਦੀਆਂ, ਕੋਈ ਇੱਥੋਂ ਮਸਲਾ ਮਸਾਇਲ ਨਾ ਹੁੰਦਾ। ਕਿਉਂਕਿ ਇਸ ਵੰਡ ਦੇ ਵਿੱਚ ਜ਼ਿਆਦਾਤਰ ਜਿਹੜੀਆਂ ਫੈਕਟਰੀਆਂ ਸੀ, ਇੰਡਸਟਰੀਆਂ ਸੀ, ਉਹ ਇੰਡੀਆ ਦੇ ਵਿੱਚ ਚਲੇ ਗਈਆਂ ਸੀ।
ਪਾਕਿਸਤਾਨ ਦੇ ਵਿੱਚ ਤੇ ਬਹੁਤ ਕਮ ਇੰਡਸਟਰੀਆਂ ਆਈਆਂ ਸੀ, ਜਿਹਦੀ ਵਜ੍ਹਾ ਤੋਂ ਪਾਕਿਸਤਾਨ ਨੂੰ ਸ਼ੁਰੂ ਦੇ ਵਿੱਚ ਤੇ ਬਹੁਤ ਮੁਸ਼ਕਲਾਤ ਪੇਸ਼ ਆਈਆਂ ਸੀ। ਦੋਸਤੋ, ਅਗਰ ਪਾਕਿਸਤਾਨ ਤੇ ਇੰਡੀਆ ਅਲੱਗਾ ਨਾ ਹੁੰਦੇ ਤੇ ਇੰਡੀਆ ਦਾ ਜਿਹੜਾ ਗਾਂਧੀ ਸੀ ਉਹਨੂੰ ਵੀ ਸ਼ਾਇਦ ਕੋਈ ਨਾ ਮਾਰਦਾ। ਇੰਡੀਆ ਦਾ ਜਿਹੜਾ ਗਾਂਧੀ ਸੀ ਉਹਨੂੰ 1948 ਦੇ ਵਿੱਚ ਨੱਥੂ ਰਾਮ ਗੋਡਸੇ ਨੇ ਉਹਨੂੰ ਮਾਰਤਾ ਸੀ। ਦਰਅਸਲ ਉਹ ਸਮਝਦਾ ਸੀ ਕਿ ਗਾਂਧੀ ਨੇ ਇਹ ਮੁਲਕ ਦਾ ਬਟਵਾਰਾ ਕੀਤਾ ਵਾ। ਅਗਰ ਇਹ ਦੋਵੇਂ ਮੁਲਕ ਅਲੱਗਾ ਨਾ ਹੁੰਦੇ ਤੇ ਗਾਂਧੀ ਸ਼ਾਇਦ ਨਾ ਮਰਦੇ। ਲੇਕਿਨ ਦੋਸਤੋ, ਆਪਣੇ ਵੱਡਿਆਂ ਨੇ ਇਹ ਫੈਸਲਾ ਕੀਤਾ ਵਾ। ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਫੈਸਲਾ ਕੀਤਾ ਸੀ। ਇੰਡੀਆ ਦੀ ਤਰਫੋਂ ਜਵਾਹਰ ਲਾਲ ਨਹਿਰੂ ਨੇ ਫੈਸਲਾ ਕੀਤਾ ਸੀ। ਹੋਰ ਉਹਨਾਂ ਦੇ ਲੀਡਰਾਂ ਨੇ ਇਹ ਫੈਸਲਾ ਕੀਤਾ ਸੀ। ਇੰਡੀਆ ਚਾਹੁੰਦਾ ਸੀ ਕਿ ਪਾਕਿਸਤਾਨ ਜਿਹੜਾ ਇੰਡੀਆ ਤੋਂ ਅਲੱਗਾ ਨਾ ਹੋਵੇ। ਹਿੰਦੂਆਂ ਦੀ ਪੂਰੀ ਕੋਸ਼ਿਸ਼ ਸੀ ਕਿ ਪਾਕਿਸਤਾਨ ਜਿਹੜਾ ਵਾ ਇੰਡੀਆ ਤੋਂ ਨਾ ਟੁੱਟੇ। ਲੇਕਿਨ ਦੋਸਤੋ, ਇਹ ਵੰਡ ਹੋਣੀ ਸੀ, ਕਿਉਂਕਿ ਮੁਸਲਮਾਨ ਚਾਹੁੰਦੇ ਸੀ ਕਿ ਉਹ ਆਪਣਾ ਅਲੱਗ ਵਤਨ ਹਾਸਲ ਕਰਨ। ਲੇਕਿਨ ਹਿੰਦੂਆਂ ਦਾ ਇਹੀ ਕੋਸ਼ਿਸ਼ ਸੀ ਕਿ ਪਾਕਿਸਤਾਨ ਜਿਹੜਾ ਹਿੰਦੁਸਤਾਨ ਤੋਂ ਅਲੱਗਾ ਨਾ ਹੋਵੇ। ਮੁਸਲਮਾਨਾਂ ਦੀ ਇਹੀ ਖੁਆਇਸ਼ ਸੀ ਕਿ ਪਾਕਿਸਤਾਨ ਨੂੰ ਅਸੀਂ ਅਲੱਗਾ ਕਰਕੇ ਇੱਕ ਪੁਰਅਮਨ ਪਾਕਿਸਤਾਨ ਬਣਾਵਾਂਗੇ। ਕਾਇਦੇ ਆਜ਼ਮ ਦਾ ਇਹ ਖੁਆਬ ਸੀ, ਅਲਾਮਾ ਇਕਬਾਲ ਦਾ ਇਹ ਖੁਆਬ ਸੀ ਕਿ ਇਸ ਪਾਕਿਸਤਾਨ ਨੂੰ ਅਸੀਂ ਦੁਨੀਆ ਦਾ ਅਜ਼ੀਮ ਮੁਲਕ ਬਣਾਵਾਂਗੇ। ਲੇਕਿਨ ਦੋਸਤੋ, ਹੁਣ ਹਾਲਾਤ ਤੁਹਾਡੇ ਸਾਹਮਣੇ ਹੀ ਆ। 2024 ਆ ਗਿਆ ਵਾ, ਪਾਕਿਸਤਾਨ ਕੇਸ ਡਿਗਰ 'ਤੇ ਆ, ਇੰਡੀਆ ਕੇਸ ਡਿਗਰ 'ਤੇ ਆ। ਇੰਡੀਆ ਪਾਕਿਸਤਾਨ ਤੋਂ ਬਹੁਤ ਅੱਗੇ ਨਿਕਲ ਗਿਆ ਵਾ, ਪਾਕਿਸਤਾਨ ਬਹੁਤ ਪਿੱਛੇ ਰਹਿ ਗਿਆ। ਤੁਸੀਂ ਇਸ ਬਾਰੇ ਕੀ ਕਹਿੰਦੇ ਆ? ਮੈਨੂੰ ਕਮੈਂਟ 'ਚ ਜ਼ਰੂਰ ਦੱਸਿਓ।